ਮੈਨੂੰ ਸ਼ੁਰੂ ਤੋਂ ਹੀ ਬਾਹਰ ਜਾਣ ਦਾ ਬੜਾ ਸ਼ੌਂਕ ਸੀ। ਮੈਂ ਆਪਣੇ ਘਰਦਿਆਂ ਨੂੰ ਹਮੇਸ਼ਾ ਕਹਿੰਦੀ ਸੀ ਕਿ ਜੇ ਮੇਰਾ ਰਿਸ਼ਤਾ ਕਰਨਾ ਤਾਂ ਬਾਹਰਲੇ ਮੁੰਡੇ ਨਾਲ ਕਰਿਓ, ਨਹੀਂ ਤੇ ਇੱਧਰਲੇ ਮੁੰਡੇ ਨਾਲ ਮੈਂ ਵਿਆਹ ਨਹੀਂ ਕਰਵਾਉਣਾ। ਮੇਰੇ ਘਰ ਦੇ ਮੈਨੂੰ ਬੜਾ ਸਮਝਾਉਂਦੇ ਸੀ, ਬੜਾ ਕਹਿੰਦੇ ਸੀ ਕਿ ਇੱਧਰ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ, ਕਿਉਂ ਤੂੰ ਐਵੇਂ ਬਾਹਰ ਜਾ ਕੇ ਨੌਕਰ ਲੱਗਣਾ। ਪਰ ਮੇਰੇ ਤਾਂ ਸਿਰ ਤੇ ਬਾਹਰ ਜਾਣ ਦਾ ਭੂਤ ਸਵਾਰ ਸੀ ਤੇ ਮੈਂ ਬਾਹਰਲੇ ਮੁੰਡੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ। ਮੈਂ ਬਚਪਨ ਤੋਂ ਹੀ ਆਪਣੀ ਮਾਸੀ ਦੀ ਕੁੜੀ ਨੂੰ ਬਾਹਰ ਰਹਿੰਦੇ ਹੋਏ ਵੇਖਿਆ। ਜਦੋਂ ਵੀ ਉਹ ਇੰਡੀਆ ਆਈ ਹੁੰਦੀ ਸੀ ਤੇ ਜਦੋਂ ਉਹ ਸਾਡੇ ਕੋਲ ਆਉਂਦੀ ਸੀ ਤਾਂ ਉਹ ਬੜੀ ਵੱਡੀ ਗੱਡੀ ਵਿੱਚ ਆਉਂਦੀ ਸੀ। ਉਹਨੇ ਬੜਾ ਸੋਨਾ ਪਾਇਆ ਹੁੰਦਾ ਸੀ ਤੇ ਉਹਨੇ ਕੱਪੜੇ ਵੀ ਬੜੇ ਸੋਹਣੇ ਪਾਏ ਹੁੰਦੇ ਸੀ। ਉਹਨੂੰ ਵੇਖ ਕੇ ਮੈਨੂੰ ਲੱਗਦਾ ਸੀ ਕਿ ਇੱਧਰ ਜਿੰਨਾ ਮਰਜ਼ੀ ਬੰਦਾ ਅਮੀਰ ਹੋਵੇ ਪਰ ਬਾਹਰਲਿਆਂ ਦੀ ਟੌਰ ਹੀ ਅਲੱਗ ਹੁੰਦੀ ਆ। ਸਾਰੇ ਉਹਨਾਂ ਵੱਲ ਖੜ-ਖੜ ਵੇਖਦੇ ਆ। ਫਿਰ ਘਰਦਿਆਂ ਨੇ ਮੇਰੀ ਪੜ੍ਹਾਈ ਪੂਰੇ ਹੁੰਦੇ ਹੀ ਮੇਰੇ ਲਈ ਰਿਸ਼ਤਾ ਵੇਖਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਲਈ ਕੈਨੇਡਾ ਵਾਲਾ ਮੁੰਡਾ ਲੱਭ ਲਿਆ। ਮੁੰਡੇ ਦੀ ਫੈਮਿਲੀ ਵਿੱਚ ਉਹਦੇ ਮਾਪਿਓ ਤੇ ਇੱਕ ਉਹਦੀ ਵਿਧਵਾ ਭਰਜਾਈ ਸੀ। ਮੇਰਾ ਨਾਮ ਅਮਨ ਆ ਤੇ ਮੇਰੇ ਹੋਣ ਵਾਲੇ ਘਰ ਵਾਲੇ ਦਾ ਨਾਮ ਦੀਪ ਆ। ਘਰਦਿਆਂ ਨੇ ਜਦੋਂ ਮੇਰੀ ਫੋਟੋ ਮੁੰਡੇ ਵਾਲਿਆਂ ਨੂੰ ਦਿਖਾਈ ਤਾਂ ਮੁੰਡੇ ਵਾਲਿਆਂ ਨੇ ਮੈਨੂੰ ਝੱਟ ਹੀ ਪਸੰਦ ਕਰ ਲਿਆ, ਕਿਉਂਕਿ ਮੈਂ ਦੇਖਣ 'ਚ ਬਹੁਤ ਜ਼ਿਆਦਾ ਸੋਹਣੀ ਸੀ। ਮੇਰੀ ਹਾਈਟ ਵੀ ਕਾਫੀ ਲੰਬੀ ਸੀ। ਮੇਰਾ ਉਸ ਮੁੰਡੇ ਨਾਲ ਵਿਆਹ ਕਰ ਦਿੱਤਾ ਗਿਆ। ਮੁੰਡਾ ਵੀ ਸੋਹਣਾ ਸੀ ਪਰ ਮੈਂ ਉਹਦੇ ਨਾਲੋਂ ਕਿਤੇ ਜ਼ਿਆਦਾ ਸੋਹਣੀ ਸੀ। ਮੇਰੇ ਸਹੁਰੇ ਪਰਿਵਾਰ ਵਾਲੇ ਬੜੇ ਚੰਗੇ ਸੀ, ਉਹ ਮੇਰਾ ਬੜਾ ਮੋਹ ਕਰਦੇ ਸੀ। ਖਾਸ ਕਰਕੇ ਮੇਰੀ ਜਠਾਣੀ ਮੇਰਾ ਬੜਾ ਮੋਹ ਕਰਦੀ ਸੀ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਮੈਨੂੰ ਸਹੁਰਾ ਪਰਿਵਾਰ ਬਹੁਤ ਵਧੀਆ ਮਿਲਿਆ। ਮੈਂ ਆਪਣੇ ਪੇਕੇ ਪਰਿਵਾਰ ਵਿੱਚ ਵੀ ਆ ਕੇ ਉਹਨਾਂ ਦੀ ਬੜੀ ਤਾਰੀਫ ਕਰਦੀ ਸੀ। ਮੈਂ ਆਪਣੀ ਜਠਾਣੀ ਨੂੰ ਕਈ ਵਾਰ ਕਿਹਾ ਸੀ ਕਿ ਤੁਸੀਂ ਦੁਬਾਰਾ ਵਿਆਹ ਕਿਉਂ ਨਹੀਂ ਕਰਵਾਇਆ, ਤਾਂ ਉਹ ਕਹਿ ਦਿੰਦੀ ਸੀ ਕਿ ਮੈਂ ਤਾਂ ਆਪਣੇ ਘਰ ਵਾਲੇ ਨੂੰ ਹੀ ਪਿਆਰ ਕਰਦੀ ਸੀ। ਸਾਡੀ ਲਵ ਮੈਰਿਜ ਹੋਈ ਸੀ। ਜਦੋਂ ਰੱਬ ਨੇ ਉਹਨੂੰ ਵੀ ਮੇਰੀ ਜ਼ਿੰਦਗੀ ਵਿੱਚੋਂ ਕੱਢ ਦਿੱਤਾ ਤਾਂ ਹੁਣ ਮੇਰਾ ਕਿਸੇ ਹੋਰ ਨਾਲ ਵਿਆਹ ਕਰਾਉਣ ਨੂੰ ਮਨ ਨਹੀਂ ਕਰਦਾ ਤੇ ਮੈਂ ਉਹਦੇ ਪਰਿਵਾਰ ਨੂੰ ਆਪਣਾ ਪਰਿਵਾਰ ਬਣਾ ਕੇ ਰੱਖਣਾ ਚਾਹੁੰਦੀ ਆ। ਇੱਥੇ ਮੈਨੂੰ ਸੱਸ ਸਹੁਰਾ ਇੰਨੇ ਚੰਗੇ ਮਿਲੇ ਆ ਕਿ ਮੈਂ ਇਹਨਾਂ ਨਾਲ ਹੀ ਆਪਣੀ ਜ਼ਿੰਦਗੀ ਬਤੀਤ ਕਰ ਲੂੰਗੀ। ਹੁਣ ਤੂੰ ਵੀ ਆ ਗਈ ਆ, ਆਪਾਂ ਦੋਵੇਂ ਭੈਣਾਂ ਬਣ ਕੇ ਰਹਾਂਗੇ। ਮੈਂ ਕਿਹਾ ਹਾਂਜੀ। ਮੇਰੀ ਜਠਾਣੀ ਮੈਨੂੰ ਘਰ ਦਾ ਕੋਈ ਕੰਮ ਨਹੀਂ ਕਰਨ ਦਿੰਦੀ ਸੀ। ਜਦੋਂ ਵੀ ਮੈਂ ਕਿਸੇ ਕੰਮ ਨੂੰ ਹੱਥ ਪਾਉਂਦੀ ਸੀ ਤਾਂ ਉਹ ਮੈਨੂੰ ਕਹਿ ਦਿੰਦੀ ਸੀ ਕਿ ਜਿੰਨਾ ਟਾਈਮ ਦੀਪ ਇੱਥੇ ਆ ਤੂੰ ਕਿਸੇ ਕੰਮ ਨੂੰ ਕੋਈ ਹੱਥ ਨਹੀਂ ਲਾਉਣਾ। ਮੈਂ ਹੈਗੀ ਆ ਕੰਮ ਕਰਨ ਵਾਲੀ। ਜਿੰਨੇ ਦਿਨ ਉਹ ਤੇਰੇ ਕੋਲ ਆ ਤੁਸੀਂ ਘੁੰਮੋ ਫਿਰੋ ਐਸ਼ ਕਰੋ। ਫਿਰ ਮੇਰਾ ਕੀ ਫਾਇਦਾ ਹੋਇਆ ਜੇ ਤੂੰ ਮੇਰੇ ਹੋਣ ਤੇ ਕੰਮ ਕਰੀ ਗਈ। ਮੈਂ ਆਪਣੇ ਆਪ ਨੂੰ ਬੜੀ ਲੱਕੀ ਸਮਝਦੀ ਸੀ ਕਿ ਮੈਨੂੰ ਇੰਨੀ ਚੰਗੀ ਜਠਾਣੀ ਮਿਲੀ ਆ। ਮੇਰੀ ਸੱਸ ਵੀ ਮੈਨੂੰ ਕਹਿ ਦਿੰਦੀ ਸੀ ਕਿ ਤੇਰੀ ਜਠਾਣੀ ਬੜੀ ਚੰਗੀ ਆ, ਉਹਨੇ ਕਦੇ ਮੈਨੂੰ ਵੀ ਕੰਮ ਨਹੀਂ ਕਰਨ ਦਿੱਤਾ। ਵਿਚਾਰੀ ਸਭ ਦਾ ਬੜਾ ਧਿਆਨ ਰੱਖਦੀ ਆ। ਪਤਾ ਨਹੀਂ ਰੱਬ ਨੇ ਉਹਦੇ ਤੇ ਇੰਨੀ ਵੱਡੀ ਬਿਪਤਾ ਕਿਉਂ ਪਾ ਦਿੱਤੀ ਆ। ਪਤਾ ਨਹੀਂ ਰੱਬ ਨੇ ਉਹਦੇ ਕੋਲੋਂ ਉਹਦੀਆਂ ਖੁਸ਼ੀਆਂ ਕਿਉਂ ਖੋਹ ਲਈਆਂ ਨੇ। ਪਰ ਸੱਚ ਦੱਸਾਂ ਇਹ ਸਾਡੀ ਧੀਆਂ ਵਾਂਗ ਸੇਵਾ ਕਰਦੀ ਆ। ਬੇਸ਼ੱਕ ਮੇਰਾ ਪੋਤਾ ਅੱਜ ਜਿਉਂਦਾ ਨਹੀਂ ਪਰ ਫਿਰ ਵੀ ਉਹਦੀ ਗੈਰ ਹਾਜ਼ਰੀ ਵਿੱਚ ਵੀ ਉਹ ਸਾਡਾ ਕਿੰਨਾ ਧਿਆਨ ਰੱਖਦੀ ਆ। ਤੇ ਦੂਜੀ ਗੱਲ ਇਹ ਆ ਕਿ ਉਹਦੇ ਕੋਈ ਬੱਚਾ ਵੀ ਨਹੀਂ ਸੀ। ਉਹਦੇ ਵਿਆਹ ਨੂੰ ਅਜੇ 2 ਸਾਲ ਹੋਏ ਸੀ ਕਿ ਮੇਰੇ ਜੇਠ ਦੀ ਕਿਸੇ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਉਹਦੀ ਕਹਾਣੀ ਬੜੀ ਦਰਦ ਭਰੀ ਸੀ। ਕਦੇ ਮੈਂ ਆਪਣੇ ਘਰ ਵਾਲੇ ਦੀਪ ਨੂੰ ਕਹਿ ਦਿੰਦੀ ਸੀ ਕਿ ਕਿਉਂ ਨਾ ਆਪਾਂ ਦੀਦੀ ਨੂੰ ਵੀ ਬਾਹਰ ਬੁਲਾ ਲਈਏ। ਜਦੋਂ ਮੈਂ ਚਲੀ ਗਈ ਤਾਂ ਪਿੱਛੋਂ ਆਪਾਂ ਦੀਦੀ ਤੇ ਮੰਮੀ ਡੈਡੀ ਨੂੰ ਵੀ ਉੱਥੇ ਹੀ ਬੁਲਾ ਲਵਾਂਗੇ ਤੇ ਸਾਰਾ ਪਰਿਵਾਰ ਇਕੱਠੇ ਰਹਾਂਗੇ। ਦੀਪ ਕਹਿ ਦਿੰਦੇ ਸੀ ਇਦਾਂ ਹੀ ਕਰਾਂਗੇ। ਦੀਪ ਮੇਰੀ ਇਸ ਗੱਲ ਤੋਂ ਬੜੇ ਖੁਸ਼ ਹੁੰਦੇ ਸੀ ਕਿ ਮੈਂ ਉਹਨਾਂ ਦੇ ਪਰਿਵਾਰ ਬਾਰੇ ਕਿੰਨਾ ਸੋਚਦੀ ਆ। ਪਰ ਮੈਂ ਕਿਵੇਂ ਨਾ ਸੋਚਦੀ ਜਦੋਂ ਉਹ ਮੇਰਾ ਇੰਨਾ ਜ਼ਿਆਦਾ ਮੋਹ ਕਰਦੇ ਸੀ। ਮੈਂ ਤੇ ਦੀਪ ਰਿਸ਼ਤੇਦਾਰੀਆਂ ਵਿੱਚ ਘੁੰਮਦੇ ਫਿਰਦੇ ਸੀ ਤੇ ਕਦੇ ਬਾਹਰ ਸ਼ਹਿਰ ਵਿੱਚ ਘੁੰਮਣ ਚਲੇ ਜਾਂਦੇ ਸੀ। ਕਿਉਂਕਿ ਛੁੱਟੀ ਸਿਰਫ 1 ਮਹੀਨੇ ਦੀ ਸੀ। ਮੈਂ ਵੱਧ ਤੋਂ ਵੱਧ ਉਹਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੀ ਸੀ। ਦੀਪ ਦਾ ਸੁਭਾਅ ਬੜਾ ਚੰਗਾ ਸੀ। ਮੈਂ ਦੀਪ ਨੂੰ ਕਹਿੰਦੀ ਸੀ ਕਿ ਤੁਹਾਡੇ ਜਾਣ ਤੋਂ ਬਾਅਦ ਮੇਰਾ ਮਨ ਨਹੀਂ ਲੱਗਣਾ। ਪਤਾ ਹੀ ਨਹੀਂ ਲੱਗਾ 1 ਮਹੀਨਾ ਕਦੋਂ ਬੀਤ ਗਿਆ। ਅਸੀਂ ਦੋਵਾਂ ਨੇ ਇਕੱਠਿਆਂ ਬਹੁਤ ਇੰਜੋਏ ਕੀਤਾ। ਅਸੀਂ ਤਾਂ ਰਾਤ ਨੂੰ ਘਰ ਆ ਕੇ ਸੌਂ ਜਾਂਦੇ ਸੀ ਤੇ ਸਵੇਰੇ ਹੀ ਨਿਕਲ ਜਾਂਦੇ ਸੀ। ਬਸ ਇਸ ਤਰ੍ਹਾਂ ਹੀ ਉਹਦੀ 1 ਮਹੀਨੇ ਦੀ ਛੁੱਟੀ ਬੀਤ ਗਈ। ਹੁਣ ਦੀਪ ਨੇ ਕੈਨੇਡਾ ਵਾਪਸ ਜਾਣਾ ਸੀ। ਮੈਂ ਦੀਪ ਨੂੰ ਏਅਰਪੋਰਟ ਤੇ ਛੱਡਣ ਲਈ ਨਾਲ ਗਈ। ਉੱਧਰੋਂ ਮੇਰਾ ਭਰਾ ਵੀ ਨਾਲ ਚਲਿਆ ਗਿਆ ਤੇ ਮੈਂ ਆਪਣੇ ਭਰਾ ਨਾਲ ਵਾਪਸ ਮੋੜ ਆਈ ਸੀ। ਏਅਰਪੋਰਟ ਤੇ ਮੈਂ ਦੀਪ ਦੇ ਗੱਲ ਲੱਗ ਕੇ ਬੜਾ ਰੋਈ ਸੀ। ਦੀਪ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਜਲਦੀ ਹੀ ਮੈਨੂੰ ਉੱਥੇ ਬੁਲਾ ਲੂਗਾ। ਮੈਂ ਆਪਣੇ ਮਨ ਨੂੰ ਸਮਝਾਇਆ ਕਿ ਹੁਣ ਜਾਣਾ ਤਾਂ ਪੈਣਾ ਹੀ ਸੀ। ਮੈਂ 2 ਕੁ ਦਿਨ ਆਪਣੇ ਪੇਕੇ ਘਰ ਰਹੀ ਤੇ ਉਸ ਤੋਂ ਬਾਅਦ ਆਪਣੇ ਸਹੁਰੇ ਘਰ ਆ ਗਈ। ਜਦੋਂ ਮੈਂ ਆਪਣੇ ਸਹੁਰੇ ਘਰ ਆ ਗਈ ਸੀ ਤਾਂ ਰਾਤ ਨੂੰ ਮੈਂ ਸੁੱਤੀ ਪਈ ਸੀ ਤੇ ਸਵੇਰੇ ਜਦੋਂ ਮੈਂ ਉੱਠੀ ਤਾਂ ਮੈਂ ਵੇਖਿਆ ਕਿ ਬਾਹਰ ਬੜੀ ਚੁੱਪ-ਚਾਦ ਪਈ ਸੀ। ਨਹੀਂ ਤਾਂ ਉਸ ਟਾਈਮ ਮੇਰੀ ਜਠਾਣੀ ਕੰਮ ਕਰਦੀ ਫਿਰਦੀ ਹੁੰਦੀ ਆ। ਮੈਂ ਹੈਰਾਨ ਰਹਿ ਗਈ ਕਿ ਅੱਜ ਇੰਨੀ ਚੁੱਪ ਕਿਵੇਂ ਆ। ਜਦੋਂ ਮੈਂ ਉੱਠ ਕੇ ਵੇਖਿਆ ਤਾਂ ਮੈਂ ਵੇਖਿਆ ਕਿ ਮੇਰੀ ਸੱਸ ਵੀ ਸੁੱਤੀ ਪਈ ਸੀ ਤੇ ਮੇਰੀ ਜਠਾਣੀ ਵੀ ਸੁੱਤੀ ਪਈ ਸੀ। ਮੈਂ ਹੈਰਾਨ ਰਹਿ ਗਈ ਕਿਉਂਕਿ ਮੇਰੀ ਜਠਾਣੀ ਤਾਂ 5 ਵਜੇ ਉੱਠ ਜਾਂਦੀ ਸੀ। ਅੱਜ ਵੱਡੇ ਦਿਨ ਉਹ ਸੁੱਤੀ ਪਈ ਸੀ। ਮੈਂ ਸੋਚਿਆ ਚੱਲ ਉਹਨਾਂ ਦੀ ਤਬੀਅਤ ਠੀਕ ਨਹੀਂ ਹੋਣੀ। ਮੈਂ ਜਾ ਕੇ ਚਾਹ ਰੱਖ ਦਿੱਤੀ ਤੇ ਮੈਂ ਨਹਾ ਕੇ ਸਾਰਿਆਂ ਨੂੰ ਚਾਹ ਦੇਣ ਚਲੀ ਗਈ। ਜਦੋਂ ਮੈਂ ਆਪਣੀ ਜਠਾਣੀ ਦੇ ਕਮਰੇ ਵਿੱਚ ਗਈ ਤਾਂ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਅੱਜ ਉੱਠੇ ਨਹੀਂ, ਤੁਹਾਡੀ ਸਿਹਤ ਤਾਂ ਠੀਕ ਹੈ? ਤਾਂ ਉਹ ਕਹਿਣ ਲੱਗੀ ਹਾਂ ਮੈਂ ਠੀਕ ਹਾਂ।
ਉਹ ਮੈਨੂੰ ਕਹਿਣ ਲੱਗੀ ਕਿ ਮੈਂ ਨਹਾ ਕੇ ਆਉਣੀ ਆ, ਮੰਮੀ ਦੇ ਕਮਰੇ ਵਿੱਚ ਚਾਹ ਲੈ ਜਾ, ਉੱਥੇ ਸਾਰੇ ਇਕੱਠੇ ਬੈਠ ਕੇ ਚਾਹ ਪੀਵਾਂਗੇ। ਮੈਂ ਚਾਹ ਆਪਣੀ ਸੱਸ ਦੇ ਕਮਰੇ ਵਿੱਚ ਲੈ ਗਈ। ਉੱਥੇ ਮੇਰਾ ਸਹੁਰਾ ਬੈਠਾ ਅਖਬਾਰ ਪੜ੍ਹ ਰਿਹਾ ਸੀ। ਅਸੀਂ ਸਾਰੇ ਇਕੱਠੇ ਬੈਠ ਕੇ ਚਾਹ ਪੀਣ ਲੱਗੇ ਤਾਂ ਮੇਰੀ ਸੱਸ ਕਹਿਣ ਲੱਗੀ, ਮੈਂ ਹੀ ਤੇਰੀ ਜਠਾਣੀ ਨੂੰ ਕਿਹਾ ਸੀ ਕਿ ਤੂੰ ਬਹੁਤ ਕੰਮ ਕਰ ਲਿਆ, ਹੁਣ ਆਪਣੀ ਦਰਾਣੀ ਨੂੰ ਮੌਕਾ ਦੇ। ਮੇਰੀ ਜਠਾਣੀ ਚੁੱਪਚਾਪ ਚਾਹ ਪੀ ਰਹੀ ਸੀ। ਮੈਂ ਕਿਹਾ ਹਾਂਜੀ ਕਿਉਂ ਨਹੀਂ, ਪਰ ਮੈਂ ਡਰ ਗਈ ਸੀ ਕਿ ਕਿਤੇ ਦੀਦੀ ਬਿਮਾਰ ਨੇ, ਕਿਉਂਕਿ ਇਹਨਾਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਆ। ਹੁਣ ਮੈਂ ਨੋਟ ਕਰਦੀ ਸੀ ਕਿ ਮੇਰੀ ਜਠਾਣੀ ਘਰ ਦਾ ਕੋਈ ਕੰਮ ਨਹੀਂ ਕਰਦੀ ਸੀ, ਕਿਉਂਕਿ ਮੇਰੀ ਸੱਸ ਨੇ ਉਹਨੂੰ ਕਹਿ ਦਿੱਤਾ ਸੀ ਕਿ ਸਾਰਾ ਕੰਮ ਇਹ ਆਪ ਹੀ ਕਰੂਗੀ, ਤੂੰ ਕੋਈ ਕੰਮ ਨਹੀਂ ਕਰਨਾ। ਉਹ ਦੋਵੇਂ ਅੰਦਰ ਬੈਠ ਕੇ ਗੱਪਾਂ ਮਾਰਦੀਆਂ ਰਹਿੰਦੀਆਂ ਸੀ ਤੇ ਮੈਂ ਸਾਰਾ ਕੰਮ ਕਰਦੀ ਰਹਿੰਦੀ ਸੀ। ਕਦੇ ਕਦੇ ਮੈਂ ਇੰਨਾ ਥੱਕ ਜਾਂਦੀ ਸੀ, ਮੈਂ ਸੋਚਦੀ ਸੀ ਕਿ ਚੱਲ ਬੰਦਾ ਥੋੜੀ ਮੋਟੀ ਹੈਲਪ ਤਾਂ ਕਰਾ ਸਕਦਾ, ਪਰ ਉਹਨਾਂ ਨੇ ਤਾਂ ਮੇਰੀ ਆਈ ਤੋਂ ਬਿਲਕੁਲ ਹੀ ਕੰਮ ਛੱਡ ਦਿੱਤਾ। ਮੇਰੀ ਸੱਸ ਤਾਂ ਚੱਲ ਬਿਰਧ ਸੀ, ਪਰ ਮੇਰੀ ਜਠਾਣੀ ਵੀ ਬਿਲਕੁਲ ਕੰਮ ਨੂੰ ਹੱਥ ਨਹੀਂ ਲਾਉਂਦੀ ਸੀ। ਪਹਿਲਾਂ ਉਹ ਮੈਨੂੰ ਕੰਮ ਨੂੰ ਹੱਥ ਨਹੀਂ ਲਾਉਣ ਦਿੰਦੀ ਸੀ ਤੇ ਹੁਣ ਆਪ ਕੰਮ ਨੂੰ ਹੱਥ ਨਹੀਂ ਲਾਉਂਦੀ ਸੀ। ਮੈਨੂੰ ਸਮਝ ਨਹੀਂ ਲੱਗਦਾ ਸੀ ਕਿ ਉਹ ਇੰਨੀ ਜਲਦੀ ਕਿਵੇਂ ਬਦਲ ਗਈ। ਸਾਰੇ ਕੰਮ ਮੈਂ ਆਪ ਹੀ ਕਰਦੀ ਸੀ ਤੇ ਇੱਕ ਦਿਨ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਤੂੰ ਆਲੂ ਵਾਲੇ ਪਰੌਂਠੇ ਬਣਾ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਕੱਪੜੇ ਧੋ ਕੇ ਬਾਅਦ ਵਿੱਚ ਰੋਟੀ ਬਣਾਉਂਗੀ। ਮੈਂ ਕੱਪੜੇ ਧੋ ਰਹੀ ਸੀ ਤੇ ਇਹੀ ਸੋਚ ਰਹੀ ਸੀ ਕਿ ਚੱਲ ਬੰਦਾ ਆਟਾ ਹੀ ਗੁੰਨ ਦੇਵੇ। ਇੰਨੇ ਟਾਈਮ ਤੱਕ ਮੇਰੀ ਮੰਮੀ ਦਾ ਫੋਨ ਆ ਗਿਆ ਤੇ ਮੈਂ ਮੰਮੀ ਨਾਲ ਗੱਲਾਂ ਕਰਦੇ ਕਰਦੇ ਆਪਣੇ ਕਮਰੇ 'ਚ ਚਲੀ ਗਈ ਤੇ ਮੈਂ ਮੰਮੀ ਨੂੰ ਵੀ ਦੱਸਿਆ ਕਿ ਮੈਂ ਸਾਰਾ ਕੰਮ ਆਪ ਹੀ ਕਰਦੀ ਆ। ਉਹ ਦੋਵੇਂ ਤਾਂ ਬਸ ਅੰਦਰ ਬੈਠ ਕੇ ਗੱਲਾਂ ਮਾਰਦੀਆਂ ਰਹਿੰਦੀਆਂ ਨੇ। ਤਾਂ ਮੰਮੀ ਮੈਨੂੰ ਕਹਿਣ ਲੱਗੀ, ਚੱਲ ਕੋਈ ਗੱਲ ਨਹੀਂ ਪੁੱਤ, ਕੰਮ ਤਾਂ ਹੁਣ ਕਰਨਾ ਹੀ ਆ। ਮੈਂ ਮੰਮੀ ਨੂੰ ਕਿਹਾ ਕਿ ਥੋੜੀ ਬਹੁਤੀ ਬੰਦਾ ਹੈਲਪ ਤਾਂ ਕਰਾ ਸਕਦਾ, ਮੈਂ ਤਾਂ ਇਕੱਲੀ ਥੱਕ ਜਾਨੀ ਆ, ਮੈਂ ਤਾਂ ਪੇਕੇ ਰਹਿਣ ਆ ਜਾਨੀ ਆ। ਤਾਂ ਮੰਮੀ ਕਹਿੰਦੀ ਨਹੀਂ ਨਹੀਂ, ਤੂੰ ਥੋੜਾ ਟਾਈਮ ਇਹਨਾਂ ਕੋਲ ਰਹਿ, ਕੋਈ ਗੱਲ ਨਹੀਂ, ਹੌਲੀ ਹੌਲੀ ਕੰਮ ਕਰ ਲਿਆ ਕਰ ਜਿੰਨਾ ਕੁ ਤੇਰੇ ਕੋਲ ਹੁੰਦਾ ਆ। ਇੰਨੇ ਟਾਈਮ ਤੱਕ ਮੇਰੀ ਸੱਸ ਆ ਗਈ ਤੇ ਕਹਿਣ ਲੱਗੀ, ਸਾਨੂੰ ਭੁੱਖ ਬੜੀ ਲੱਗੀ ਆ, ਰੋਟੀ ਬਣਾ ਕੇ ਲਿਆ। ਜਦੋਂ ਮੈਂ ਆਲੂ ਦੇ ਪਰੌਂਠੇ ਬਣਾ ਕੇ ਲੈ ਕੇ ਆਈ ਤਾਂ ਬੈਠ ਕੇ ਮੈਂ ਵੀ ਨਾਲ ਖਾਣ ਲੱਗੀ ਤਾਂ ਮੇਰੀ ਸੱਸ ਕਹਿਣ ਲੱਗੀ, ਆਹ ਕੋਈ ਪਰੌਂਠੇ ਨੇ, ਇਹਦੇ ਵਿੱਚ ਕਿੰਨਾ ਲੂਣ ਮਿਰਚ ਪਾਇਆ। ਜਦੋਂ ਮੇਰੀ ਸੱਸ ਇੱਕਦਮ ਮੈਨੂੰ ਗੁੱਸੇ 'ਚ ਬੋਲੀ ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਮੈਂ ਉਹਨੂੰ ਕਦੇ ਪਹਿਲਾਂ ਗੁੱਸੇ 'ਚ ਨਹੀਂ ਬੋਲਦੇ ਵੇਖਿਆ। ਉਹ ਹਮੇਸ਼ਾ ਮੈਨੂੰ ਪਿਆਰ ਨਾਲ ਹੀ ਬੋਲਦੀ ਸੀ, ਪਰ ਅੱਜ ਉਹਨੇ ਜਿਸ ਤਰ੍ਹਾਂ ਮੈਨੂੰ ਬੋਲਿਆ ਮੈਨੂੰ ਬਿਲਕੁਲ ਚੰਗਾ ਨਾ ਲੱਗਾ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਮੈਨੂੰ ਬੋਲੀ ਜਾ ਰਹੀ ਸੀ ਤਾਂ ਮੇਰੀ ਜਠਾਣੀ ਵੀ ਚੁੱਪ ਕਰਕੇ ਬੈਠੀ ਸੀ, ਪਰ ਮੇਰਾ ਸਹੁਰਾ ਮੇਰੀ ਸੱਸ ਨੂੰ ਬੋਲ ਰਿਹਾ ਸੀ ਕਿ ਕਿਉਂ ਐਵੇਂ ਕੁੜੀ ਨੂੰ ਬੋਲੀ ਜਾਨੀ ਆ, ਕੋਈ ਗੱਲ ਨਹੀਂ, ਨਿਆਣੀ ਆ। ਮੇਰੀ ਸੱਸ ਕਹਿੰਦੀ, ਲੈ ਇਹਦਾ ਵਿਆਹ ਹੋ ਗਿਆ, ਨਿਆਣੀ ਕਿੱਥੋਂ ਆ, ਪਹਿਲੀ ਵਾਰ ਅੱਜ ਇਹਨੇ ਰੋਟੀ ਬਣਾਈ ਆ, ਉਹ ਵੀ ਕਿੱਦਾਂ ਦੀ, ਇੰਨਾ ਲੂਣ ਮਿਰਚ ਕੌਣ ਪਾਉਂਦਾ, ਸਾਨੂੰ ਮਾਰਨਾ ਇਹਨੇ। ਮੈਂ ਰੋਂਦੀ ਰੋਂਦੀ ਆਪਣੇ ਕਮਰੇ 'ਚ ਚਲੀ ਗਈ ਤਾਂ ਮੇਰੀ ਜਠਾਣੀ ਮੇਰੇ ਪਿੱਛੇ ਮੇਰੇ ਕਮਰੇ ਵਿੱਚ ਆ ਗਈ ਤੇ ਮੈਨੂੰ ਕਹਿਣ ਲੱਗੀ, ਮੰਮੀ ਦਾ ਬਲੱਡ ਵੱਧ ਜਾਂਦਾ, ਇਸ ਕਰਕੇ ਉਹਨਾਂ ਨੂੰ ਬੋਲਣ ਲੱਗਿਆ ਪਤਾ ਨਹੀਂ ਲੱਗਦਾ, ਤੂੰ ਗੁੱਸਾ ਨਾ ਕਰ, ਕੋਈ ਗੱਲ ਨਹੀਂ, ਰੋਟੀ ਮੈਂ ਬਣਾ ਦਿੰਨੀ ਆ। ਮੈਂ ਹੈਰਾਨ ਸੀ ਕਿ ਜਦੋਂ ਮੇਰੀ ਸੱਸ ਬੋਲ ਰਹੀ ਸੀ ਤਾਂ ਉਹ ਕੁਝ ਨਹੀਂ ਬੋਲੀ, ਪਰ ਹੁਣ ਮੇਰੇ ਕੋਲ ਆ ਕੇ ਮੈਨੂੰ ਸਫਾਈਆਂ ਦੇ ਰਹੀ ਸੀ। ਜਦੋਂ ਮੈਂ ਪਰੌਂਠਾ ਖਾ ਕੇ ਵੇਖਿਆ ਤਾਂ ਸੱਚਮੁੱਚ ਹੀ ਪਰੌਂਠਿਆਂ 'ਚ ਲੂਣ ਮਿਰਚ ਬਹੁਤ ਜ਼ਿਆਦਾ ਸੀ। ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੇਰੇ ਕੋਲੋਂ ਇੰਨਾ ਲੂਣ ਮਿਰਚ ਕਿਵੇਂ ਪੈ ਗਿਆ, ਕਿਉਂਕਿ ਮੈਂ ਤਾਂ ਆਪਣੇ ਹਿਸਾਬ ਨਾਲ ਠੀਕ ਪਾਇਆ ਸੀ, ਪਰ ਫਿਰ ਵੀ ਜ਼ਿਆਦਾ ਹੋ ਗਿਆ ਸੀ। ਫਿਰ ਮੇਰੀ ਜਠਾਣੀ ਰੋਟੀ ਬਣਾ ਕੇ ਲੈ ਕੇ ਆਈ ਤੇ ਉਹ ਰੋਟੀ ਸਾਰਿਆਂ ਨੇ ਖਾਧੀ ਤੇ ਉਹ ਮੈਨੂੰ ਵੀ ਰੋਟੀ ਦੇ ਕੇ ਗਈ। ਮੈਂ ਆਪਣੇ ਕਮਰੇ 'ਚ ਹੀ ਪੈ ਗਈ ਕਿਉਂਕਿ ਮੇਰਾ ਸਾਰਾ ਮੂਡ ਖਰਾਬ ਹੋ ਗਿਆ ਸੀ। ਇੰਨੇ ਟਾਈਮ ਤੱਕ ਦੀਪ ਦਾ ਫੋਨ ਆ ਗਿਆ ਤੇ ਦੀਪ ਮੈਨੂੰ ਪੁੱਛਣ ਲੱਗੇ, ਕੀ ਕਰਦੇ ਹੋ। ਮਨ ਤਾਂ ਕਰਦਾ ਸੀ ਕਿ ਮੰਮੀ ਦੀ ਸਾਰੀ ਗੱਲ ਉਹਨੂੰ ਦੱਸ ਦੇਵਾਂ, ਫਿਰ ਮੈਂ ਸੋਚਿਆ ਕਿ ਐਵੇਂ ਉਹਨਾਂ ਨੇ ਟੈਨਸ਼ਨ ਲੈ ਲੈਣੀ ਆ ਤੇ ਐਵੇਂ ਕਹਿਣਗੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਮੇਰੇ ਕੋਲ ਕਰਦੀ ਆ, ਇਸ ਕਰਕੇ ਮੈਂ ਉਹਨਾਂ ਨੂੰ ਕੋਈ ਗੱਲ ਨਾ ਦੱਸੀ। ਮੈਂ ਉਹਨਾਂ ਨਾਲ ਹੱਸ ਕੇ ਗੱਲ ਕੀਤੀ। ਇੰਨੇ ਨਾਲ ਮੇਰਾ ਮੂਡ ਵੀ ਠੀਕ ਹੋ ਗਿਆ। ਅਗਲੇ ਦਿਨ ਤੋਂ ਫਿਰ ਮੈਂ ਸਵੇਰੇ ਜਲਦੀ ਉੱਠਣਾ ਹੁੰਦਾ ਸੀ। ਸਾਰਾ ਟੱਬਰ ਸੁੱਤਾ ਪਿਆ ਹੁੰਦਾ ਸੀ ਤੇ ਮੈਂ ਉੱਠ ਕੇ ਕੰਮ ਲੱਗ ਜਾਂਦੀ ਸੀ। ਮੈਂ ਇਸ ਗੱਲ ਤੋਂ ਬੜੀ ਹੈਰਾਨ ਸੀ ਕਿ ਮੇਰੀ ਜਠਾਣੀ ਇੰਨੇ ਰੰਗ ਢੰਗ ਕਿਵੇਂ ਬਦਲ ਗਈ। ਉਹ ਤਾਂ ਸਾਰਾ ਦਿਨ ਕੰਮ ਕਰਦੀ ਰਹਿੰਦੀ ਸੀ ਤੇ ਹੁਣ ਉਹ ਕਿਸੇ ਕੰਮ ਨੂੰ ਵੀ ਹੱਥ ਨਹੀਂ ਲਾਉਂਦੀ ਸੀ। ਮੈਨੂੰ ਲੱਗਦਾ ਸੀ ਉਹ ਵੀ ਕੰਮ ਚੋਰਿਆ। ਪਹਿਲਾਂ ਮੇਰੇ ਸਾਹਮਣੇ ਕੰਮ ਕਰਨ ਦੇ ਦਿਖਾਵੇ ਕਰਦੀ ਸੀ, ਪਰ ਹੁਣ ਉਹ ਕੋਈ ਕੰਮ ਨਹੀਂ ਕਰਦੀ ਸੀ। ਉਹਨੂੰ ਤਾਂ ਜਿਵੇਂ ਇੱਕ ਬਹਾਨਾ ਹੀ ਮਿਲ ਗਿਆ ਕੰਮ ਨਾ ਕਰਨ ਦਾ। ਮੇਰੀ ਸੱਸ ਸਾਰਾ ਦਿਨ ਮੇਰੀ ਜਠਾਣੀ ਨਾਲ ਗੱਲਾਂ ਕਰਦੀ ਰਹਿੰਦੀ ਸੀ, ਪਰ ਮੇਰੇ ਨਾਲ ਉਹ ਘੱਟ ਹੀ ਬੋਲਦੀ ਸੀ। ਜਦੋਂ ਮੈਂ ਕੱਪੜੇ ਧੋਂਦੀ ਸੀ ਤਾਂ ਮੇਰੀ ਸੱਸ ਮੇਰੇ ਕੱਪੜੇ ਧੋਂਦੇ ਪਸੰਦ ਨਹੀਂ ਕਰਦੀ ਸੀ। ਇੱਕ ਦਿਨ ਮੇਰੇ ਕੋਲ ਉਹਦੇ ਸੂਟ ਨੂੰ ਰੰਗ ਚੜ ਗਿਆ। ਉਸ ਦਿਨ ਦੀ ਬਸ ਉਹ ਇੱਕੋ ਗੱਲ ਦੇ ਮਗਰ ਪਈ ਸੀ ਕਿ ਤੈਨੂੰ ਕੋਈ ਕੰਮ ਢੰਗ ਨਾਲ ਨਹੀਂ ਕਰਨਾ ਆਉਂਦਾ। ਮੈਂ ਆਪਣੇ ਪੇਕੇ ਘਰ ਬਹੁਤ ਘੱਟ ਕੰਮ ਕੀਤਾ ਸੀ, ਪਰ ਇੱਥੇ ਆ ਕੇ ਸਾਰਾ ਕੰਮ ਮੇਰੇ ਕੱਲੀ ਦੇ ਗਲ ਪੈ ਗਿਆ ਸੀ। ਮੈਂ ਤਾਂ ਸਾਰਾ ਦਿਨ ਥੱਕ ਜਾਂਦੀ ਸੀ। ਇੱਕ ਦਿਨ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਥੋੜੇ ਦਿਨ ਆਪਣੇ ਪੇਕੇ ਰਹਿ ਕੇ ਆਉਣਾ, ਤਾਂ ਮੇਰੀ ਸੱਸ ਕਹਿਣ ਲੱਗੀ, ਕੰਮ ਕੌਣ ਕਰੂਗਾ। ਮੈਂ ਤਾਂ ਇਸ ਗੱਲ ਤੇ ਹੈਰਾਨ ਸੀ ਕਿ ਜਦੋਂ ਮੈਂ ਕੈਨੇਡਾ ਚਲੀ ਗਈ ਤਾਂ ਫਿਰ ਤੁਹਾਡਾ ਕੰਮ ਕੌਣ ਕਰੂਗਾ। ਤਾਂ ਮੇਰੀ ਜਠਾਣੀ ਆਈ ਤੇ ਕਹਿਣ ਲੱਗੀ, ਕੋਈ ਗੱਲ ਨਹੀਂ ਮੰਮੀ,
ਕੰਮ ਮੈਂ ਆਪੇ ਕਰ ਲੂੰਗੀ, ਤੁਸੀਂ ਇਹਨੂੰ ਜਾਣ ਦਿਓ। ਇਹਨੂੰ ਕਿੰਨਾ ਟਾਈਮ ਹੋ ਗਿਆ ਇਹ ਆਪਣੇ ਪੇਕੇ ਨਹੀਂ ਰਹਿਣ ਗਈ। ਤਾਂ ਮੇਰੀ ਸੱਸ ਨੇ ਹਾਂ ਕਰ ਦਿੱਤੀ। ਮੈਨੂੰ ਬੜੀ ਖੁਸ਼ੀ ਹੋਈ, ਮੇਰਾ ਭਰਾ ਮੈਨੂੰ ਆ ਕੇ ਲੈ ਗਿਆ ਤੇ ਮੈਂ ਘੱਟੋ ਘੱਟ 10 ਦਿਨ ਆਪਣੇ ਪੇਕੇ ਰਹੀ। ਤੇ ਮੈਂ ਪੇਕੇ ਜਾ ਕੇ ਆਪਣੀ ਮੰਮੀ ਨੂੰ ਸਾਰੀਆਂ ਗੱਲਾਂ ਦੱਸੀਆਂ। ਤਾਂ ਮੰਮੀ ਕਹਿਣ ਲੱਗੀ, ਪੁੱਤ ਹੋ ਸਕਦਾ ਤੇਰੀ ਜਠਾਣੀ ਤੇਰੀ ਸੱਸ ਕੋਲੋਂ ਡਰਦੀ ਹੋਵੇ, ਤਾਂ ਹੀ ਉਹ ਕੋਈ ਕੰਮ ਤੇਰੇ ਨਾਲ ਨਹੀਂ ਕਰਵਾਉਂਦੀ। ਜਿਸ ਹਿਸਾਬ ਨਾਲ ਤੇਰੀ ਸੱਸ ਦਾ ਸੁਭਾਅ, ਉਹ ਵੀ ਉਹਦੇ ਕੋਲੋਂ ਡਰਦੀ ਹੋਣੀ ਆ। ਪਰ ਮੈਨੂੰ ਨਹੀਂ ਸਮਝ ਲੱਗ ਰਿਹਾ ਸੀ ਕਿ ਉਹ ਜਾਣਬੁੱਝ ਕੇ ਕੰਮ ਨਹੀਂ ਕਰਦੀ ਜਾਂ ਫਿਰ ਮੇਰੀ ਸੱਸ ਕੋਲੋਂ ਡਰਦੀ ਆ। ਹੁਣ 10 ਦਿਨ ਪੇਕੇ ਰਹਿਣ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਫਿਰ ਚਲੀ ਗਈ ਸੀ। ਮੈਂ ਸ਼ਾਮ ਨੂੰ ਗਈ ਸੀ ਤੇ ਮੇਰਾ ਪੇਕਿਆਂ ਤੋਂ ਸਹੁਰੇ ਜਾ ਕੇ ਦਿਲ ਨਹੀਂ ਲੱਗ ਰਿਹਾ ਸੀ, ਕਿਉਂਕਿ ਮੇਰਾ ਘਰ ਵਾਲਾ ਵੀ ਉੱਥੇ ਨਹੀਂ ਸੀ। ਮੈਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਆਪਣੇ ਕਮਰੇ 'ਚ ਬੜੀ ਕੈਦ ਜੀ ਹੋ ਕੇ ਰਹਿ ਗਈ ਸੀ, ਕਿਉਂਕਿ ਇਕੱਲੀ ਨੂੰ ਮੈਨੂੰ ਉੱਥੇ ਰਹਿਣਾ ਬੜਾ ਔਖਾ ਲੱਗਦਾ ਸੀ। ਰਾਤ ਦੇ ਤਕਰੀਬਨ 10 ਵੱਜ ਗਏ ਸੀ ਜਦੋਂ ਮੈਨੂੰ ਨੀਂਦ ਨਹੀਂ ਆ ਰਹੀ ਸੀ। ਤਾਂ ਮੈਂ ਛੱਤ ਤੇ ਚਲੀ ਗਈ। ਜਦੋਂ ਮੈਂ ਛੱਤ ਤੇ ਜਾ ਰਹੀ ਸੀ ਤਾਂ ਮੈਂ ਵੇਖਿਆ ਕਿ ਮੇਰੀ ਜਠਾਣੀ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਮੈਂ ਸੋਚਿਆ ਕਿ ਉਹ ਦਰਵਾਜ਼ਾ ਖੋਲ੍ਹ ਕੇ ਸੌਂਦੀ ਹੋਣੀ, ਕਿਉਂਕਿ ਮੈਂ ਤਾਂ ਪਹਿਲਾਂ ਕਦੇ ਉਹਦੇ ਕਮਰੇ ਵਿੱਚ ਰਾਤ ਨੂੰ ਨਹੀਂ ਗਈ। ਤੇ ਮੈਂ ਛੱਤ ਤੇ ਗੇੜੇ ਕੱਢ ਰਹੀ ਸੀ। ਗੇੜੇ ਕੱਢਦੇ ਕੱਢਦੇ ਮੈਨੂੰ ਨੀਂਦ ਆਉਣ ਲੱਗ ਗਈ। ਤੇ ਜਦੋਂ ਮੈਂ 2 ਘੰਟਿਆਂ ਬਾਅਦ ਵਾਪਸ ਆਈ ਤਾਂ ਮੈਂ ਵੇਖਿਆ ਕਿ ਮੇਰੀ ਜਠਾਣੀ ਦੇ ਕਮਰੇ ਦਾ ਦਰਵਾਜ਼ਾ ਲੱਗਾ ਹੋਇਆ ਸੀ। ਮੈਂ ਸੋਚਿਆ ਹੁਣ ਉਹਨੇ ਦਰਵਾਜ਼ਾ ਲਗਾ ਲਿਆ ਹੋਣਾ। ਮੈਂ ਇਸ ਗੱਲ ਨੂੰ ਇੰਨਾ ਸੀਰੀਅਸ ਨਹੀਂ ਲਿਆ ਤੇ ਮੈਂ ਆਪਣੇ ਕਮਰੇ ਵਿੱਚ ਗਈ ਤੇ ਸੌਂ ਗਈ। ਅਗਲੇ ਦਿਨ ਰੋਜ਼ ਦੀ ਤਰ੍ਹਾਂ ਮੈਂ ਆਪਣਾ ਕੰਮ ਕਰਨ ਲੱਗੀ ਤੇ ਮੈਂ ਪੋਚਾ ਲਗਾ ਕੇ ਹਟੀ ਸੀ ਤਾਂ ਮੇਰੀ ਸੱਸ ਮੈਨੂੰ ਕਹਿਣ ਲੱਗੀ, ਤੈਨੂੰ ਪੋਚਾ ਵੀ ਨਹੀਂ ਲਗਾਉਣਾ ਆਉਂਦਾ? ਆਪਣੀ ਜਠਾਣੀ ਕੋਲੋਂ ਕੁਝ ਸਿੱਖ ਲਾ। ਉਹ ਇੰਨਾ ਸੋਹਣਾ ਪੋਚਾ ਲਗਾਉਂਦੀ ਸੀ ਕਿ ਚਾਹੇ ਫਰਸ਼ ਵਿੱਚ ਦੀ ਆਪਣਾ ਮੂੰਹ ਵੇਖ ਲਾ, ਤੂੰ ਵੇਖ ਲੈ ਕਿੱਦਾਂ ਦਾ ਲਗਾਇਆ, ਕਿੱਦਾਂ ਮਿੱਟੀ ਵਾਲਾ ਪੋਚਾ ਲਗਾ ਦਿੱਤਾ, ਬਿਲਕੁਲ ਵੀ ਫਰਸ਼ ਨਹੀਂ ਸਾਫ਼ ਕੀਤਾ। ਹੁਣ ਇਹਦੇ ਤੇ ਦੁਬਾਰਾ ਪੋਚਾ ਲਗਾ। ਪਰ ਮੈਂ ਤਾਂ ਜਦੋਂ ਪੋਚਾ ਲਗਾ ਕੇ ਗਈ ਸੀ ਤਾਂ ਫਰਸ਼ ਬੜਾ ਸਾਫ਼ ਸੀ। ਹੁਣ ਸੱਚਮੁੱਚ ਹੀ ਗੰਦਲਾ ਗੰਦਲਾ ਜਿਹਾ ਫਰਸ਼ ਲੱਗ ਰਿਹਾ ਸੀ। ਮੇਰੀ ਸੱਸ ਮੈਨੂੰ ਗੱਲਾਂ ਸੁਣਾਉਣ 'ਚ ਕੋਈ ਮੌਕਾ ਨਹੀਂ ਛੱਡਦੀ ਸੀ। ਮੈਨੂੰ ਮਨ ਦੇ ਵਿੱਚ ਬੜਾ ਗੁੱਸਾ ਆ ਰਿਹਾ ਸੀ, ਪਰ ਮੈਂ ਉਹਦੇ ਅੱਗੇ ਕੁਝ ਨਹੀਂ ਬੋਲੀ। ਮੈਂ ਤਾਂ ਸੋਚ ਲਿਆ ਸੀ ਕਿ ਮੈਂ ਦੀਪ ਨੂੰ ਕਹਿ ਦੇਣਾ ਕਿ ਜਲਦੀ ਜਲਦੀ ਮੇਰੇ ਪੇਪਰ ਲਗਾਓ ਤੇ ਮੈਨੂੰ ਆਪਣੇ ਕੋਲ ਬੁਲਾ ਲਵੋ, ਮੇਰਾ ਇੱਥੇ ਇਕੱਲੀ ਦਾ ਮਨ ਨਹੀਂ ਲੱਗਦਾ। ਅਗਲੇ ਦਿਨ ਦੀਪ ਦਾ ਫੋਨ ਆਇਆ ਤਾਂ ਮੈਂ ਦੀਪ ਨਾਲ ਇਹ ਗੱਲ ਕੀਤੀ ਕਿ ਮੇਰਾ ਇੱਥੇ ਮਨ ਨਹੀਂ ਲੱਗਦਾ। ਤਾਂ ਦੀਪ ਮੈਨੂੰ ਪੁੱਛਣ ਲੱਗੇ, ਤੈਨੂੰ ਕਿਸੇ ਨੇ ਕੁਝ ਕਿਹਾ? ਜਦੋਂ ਉਹਨੇ ਇੰਨੀ ਗੱਲ ਪੁੱਛੀ ਤਾਂ ਮੇਰਾ ਰੋਣ ਨਿਕਲ ਗਿਆ ਤੇ ਮੈਂ ਉਹਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਕਿ ਮੰਮੀ ਮੇਰੇ ਨਾਲ ਇਦਾਂ ਕਰਦੇ ਆ ਤੇ ਦੀਦੀ ਨੂੰ ਕੁਝ ਵੀ ਨਹੀਂ ਕਹਿੰਦੇ, ਉਹ ਮੇਰੇ ਨਾਲ ਕੋਈ ਕੰਮ ਨਹੀਂ ਕਰਵਾਉਂਦੇ। ਮੇਰੀਆਂ ਗੱਲਾਂ ਸੁਣ ਕੇ ਦੀਪ ਹੈਰਾਨ ਰਹਿ ਗਏ ਕਿ ਭਾਬੀ ਨੂੰ ਤਾਂ ਕੰਮ ਕਰਨ ਦੀ ਇੰਨੀ ਆਦਤ ਆ, ਉਹ ਤਾਂ ਕਿਸੇ ਕੋਲੋਂ ਕੰਮ ਕਰਵਾ ਕੇ ਖੁਸ਼ ਹੀ ਨਹੀਂ, ਉਹ ਤਾਂ ਕਿਸੇ ਦਾ ਕੰਮ ਪਸੰਦ ਹੀ ਨਹੀਂ ਕਰਦੇ ਤੇ ਤੂੰ ਕਹਿ ਰਹੀ ਆ ਕਿ ਭਾਬੀ ਕੰਮ ਨਹੀਂ ਕਰਦੀ। ਮੈਂ ਕਿਹਾ ਇਹ ਸੱਚ ਆ, ਕਿਉਂਕਿ ਮੰਮੀ ਨੇ ਉਹਨਾਂ ਨੂੰ ਕਿਹਾ ਕਿ ਤੂੰ ਕੋਈ ਕੰਮ ਨਹੀਂ ਕਰਨਾ। ਤਾਂ ਉਹ ਕਹਿਣ ਲੱਗੇ, ਜਿੱਥੋਂ ਤੱਕ ਮੰਮੀ ਦੀ ਗੱਲ ਆ ਮੰਮੀ ਨੂੰ ਮੈਂ ਸਮਝਾ ਦੂੰਗਾ। ਜਦੋਂ ਦੀਪ ਨੇ ਮੰਮੀ ਨਾਲ ਫੋਨ ਤੇ ਗੱਲ ਕੀਤੀ, ਮੰਮੀ ਨੇ ਉਹਨੂੰ ਕਹਿ ਦਿੱਤਾ ਕਿ ਕੋਈ ਗੱਲ ਨਹੀਂ, ਮੈਂ ਅੱਗੇ ਤੋਂ ਕੁਝ ਨਹੀਂ ਕਹਿੰਦੀ। ਪਰ ਮੇਰੀ ਸੱਸ ਮੈਨੂੰ ਆ ਕੇ ਬੋਲਣ ਲੱਗੀ ਤੇ ਮੈਨੂੰ ਕਹਿਣ ਲੱਗੀ ਕਿ ਨਿੱਕੀ ਨਿੱਕੀ ਗੱਲ ਤੂੰ ਮੇਰੇ ਮੁੰਡੇ ਦੇ ਕੰਨ ਵਿੱਚ ਪਾ ਦਿੱਤੀ। ਫਿਰ ਕੀ ਹੋ ਗਿਆ ਜੇ ਮੈਂ ਤੈਨੂੰ ਕੁਝ ਕਹਿ ਦਿੱਤਾ ਸੀ? ਤੇਰੀ ਆਪਣੀ ਮਾਂ ਕਿਹੜਾ ਤੈਨੂੰ ਘੂਰਦੀ ਨਹੀਂ ਸੀ? ਜੇ ਮੈਂ ਘੂਰ ਦਿੱਤਾ ਤਾਂ ਤੈਨੂੰ ਕੁਝ ਜ਼ਿਆਦਾ ਹੀ ਗੁੱਸਾ ਲੱਗ ਗਿਆ। ਤਾਂ ਮੈਂ ਕਿਹਾ ਗੱਲ ਘੂਰਨ ਦੀ ਨਹੀਂ ਆ, ਤੁਸੀਂ ਤਾਂ ਹਰ ਇੱਕ ਕੰਮ 'ਚ ਨੁਕਸ ਕੱਢਦੇ ਰਹਿੰਦੇ ਹੋ। ਤਾਂ ਮੇਰੀ ਸੱਸ ਮੈਨੂੰ ਕਹਿਣ ਲੱਗੀ, ਦੱਸ ਜੇ ਮੈਂ ਕੁਝ ਗਲਤ ਕਿਹਾ? ਪਰੌਂਠਿਆਂ ਵਿੱਚ ਲੂਣ ਮਿਰਚ ਵੱਧ ਨਹੀਂ ਸੀ ਤੇ ਮੇਰੇ ਕੱਪੜਿਆਂ ਨੂੰ ਰੰਗ ਤੂੰ ਚਾੜ ਦਿੱਤਾ? ਦੱਸ ਜੇ ਮੈਂ ਕੁਝ ਗਲਤ ਕਿਹਾ? ਤਾਂ ਮੈਂ ਚੁੱਪ ਹੋ ਗਈ। ਥੋੜੇ ਟਾਈਮ ਬਾਅਦ ਮੈਨੂੰ ਦੀਪ ਦਾ ਫੋਨ ਆ ਗਿਆ ਤੇ ਦੀਪ ਮੈਨੂੰ ਕਹਿਣ ਲੱਗੇ, ਮੈਂ ਮੰਮੀ ਨੂੰ ਸਮਝਾ ਦਿੱਤਾ। ਤੇ ਦੀਪ ਮੈਨੂੰ ਕਹਿਣ ਲੱਗੇ, ਮੰਮੀ ਨੂੰ ਤਾਂ ਮੈਂ ਸਮਝਾ ਦਿੱਤਾ, ਪਰ ਮੈਂ ਤੈਨੂੰ ਵੀ ਇੱਕ ਗੱਲ ਸਮਝਾਉਣਾ ਕਿ ਨਿੱਕੀਆਂ ਨਿੱਕੀਆਂ ਗੱਲਾਂ ਐਵੇਂ ਦਿਲ ਤੇ ਨਹੀਂ ਲਗਾਈ ਦੀਆਂ। ਨਾਲੇ ਚਾਲੋ ਵੱਡੇ ਨੇ, ਜੇ ਕਦੇ ਕੁਝ ਕਹਿ ਵੀ ਦਿੱਤਾ ਤਾਂ ਤੂੰ ਚੁੱਪ ਹੋ ਜਾਇਆ ਕਰ। ਤੂੰ ਕਿਹੜਾ ਇੱਥੇ ਜ਼ਿਆਦਾ ਟਾਈਮ ਰਹਿਣਾ, ਤੂੰ ਤਾਂ ਮੇਰੇ ਕੋਲ ਹੀ ਆ ਜਾਣਾ। ਹੁਣ ਜੇ ਆਪਾਂ ਇੱਦਾਂ ਵਾਰ-ਵਾਰ ਮੰਮੀ ਨੂੰ ਕੁਝ ਕਹਾਂਗੇ ਤਾਂ ਉਹ ਸੋਚਣਗੇ ਕਿ ਇਹਦਾ ਵਿਆਹ ਹੋ ਗਿਆ ਤਾਂ ਇਹ ਆਪਣੀ ਘਰਵਾਲੀ ਦੀ ਬੋਲੀ ਬੋਲਣ ਲੱਗ ਗਿਆ। ਉਹਨੂੰ ਤਾਂ ਮੈਂ ਨਹੀਂ ਕਹਿ ਸਕਦਾ, ਪਰ ਤੈਨੂੰ ਤਾਂ ਸਮਝਾ ਸਕਦਾ। ਤਾਂ ਮੈਂ ਦੀਪ ਦੀ ਗੱਲ ਸਮਝ ਗਈ ਕਿ ਉਹ ਕੀ ਕਹਿਣਾ ਚਾਹੁੰਦੇ ਸੀ। ਉਹਨਾਂ ਨੂੰ ਆਪਣੀ ਮਾਂ ਨੂੰ ਕਹਿਣਾ ਬੜਾ ਔਖਾ ਲੱਗਦਾ ਸੀ। ਪਤਾ ਨਹੀਂ ਹਰੇਕ ਘਰੇ ਇਹ ਗੱਲ ਕਿਉਂ ਹੁੰਦੀ ਆ ਕਿ ਬੰਦਾ ਘਰਵਾਲੀ ਨੂੰ ਕਹਿ ਸਕਦਾ ਪਰ ਮਾਂ ਨੂੰ ਨਹੀਂ ਕਹਿ ਸਕਦਾ। ਪਰ ਮੈਂ ਤਾਂ ਸੋਚਦੀ ਆ ਕਿ ਜਿਸ ਦੀ ਗਲਤੀ ਉਹਨੂੰ ਕਹਿਣਾ ਚਾਹੀਦਾ, ਫੇਰ ਹੀ ਅਗਲਾ ਅੱਗੇ ਤੋਂ ਆਪਣੀ ਗੱਲ ਤੇ ਸੁਧਾਰੂਗਾ। ਠੀਕ ਆ, ਜੇ ਮੇਰੇ ਕੋਲੋਂ ਕੋਈ ਗਲਤੀ ਹੋ ਵੀ ਗਈ ਆ ਤਾਂ ਮੇਰੀ ਸੱਸ ਮੈਨੂੰ ਪਿਆਰ ਨਾਲ ਵੀ ਸਮਝਾ ਹੀ ਸਕਦੀ ਆ। ਇਸ ਤਰ੍ਹਾਂ ਸਾਰੇ ਪਰਿਵਾਰ ਸਾਹਮਣੇ ਮੇਰੀ ਇਨਸਲਟ ਕਿਉਂ ਕਰਦੀ ਆ? ਇਹ ਗੱਲ ਮੈਨੂੰ ਉਹਦੀ ਚੰਗੀ ਨਹੀਂ ਲੱਗਦੀ ਸੀ। ਇੱਕ ਪਾਸੇ ਮੈਨੂੰ ਇੰਨਾ ਗੁੱਸੇ ਨਾਲ ਬੋਲਦੀ ਸੀ ਜਦ ਕਿ ਮੇਰਾ ਨਵਾਂ ਵਿਆਹ ਹੋਇਆ ਸੀ, ਤੇ ਦੂਜੇ ਪਾਸੇ ਮੇਰੀ ਜਠਾਣੀ ਨੂੰ ਕਿੰਨਾ ਪਿਆਰ ਨਾਲ ਬੋਲਦੀ ਆ, ਪਰ ਮੇਰੇ ਨਾਲ ਤਾਂ ਕੁਝ ਜ਼ਿਆਦਾ ਹੀ ਸਖਤੀ ਨਾਲ ਪੇਸ਼ ਆਉਂਦੀ ਸੀ। ਫਿਰ ਮੈਂ ਆਪਣਾ ਮਨ ਸਮਝਾ ਲਿਆ ਕਿ ਮੈਂ ਚੁੱਪ ਕਰਕੇ ਆਪਣਾ ਟਾਈਮ ਕੱਢ ਲੂੰਗੀ। ਮੈਂ ਕਿਹੜਾ ਇਹਨਾਂ ਕੋਲ ਜ਼ਿਆਦਾ ਟਾਈਮ ਰਹਿਣਾ ਆ। ਮੈਂ ਆਪਣਾ ਸਾਰਾ ਕੰਮ ਕਰਕੇ ਆਪਣੇ ਕਮਰੇ 'ਚ ਆਰਾਮ ਕਰਦੀ ਤੇ ਉਹ ਦੋਵੇਂ ਬੈਠ ਕੇ ਗੱਪਾਂ ਛੱਪਾਂ ਮਾਰਦੀਆਂ ਰਹਿੰਦੀਆਂ।
ਕਈ ਵਾਰ ਮੈਂ ਰਾਤ ਨੂੰ ਛੱਤ ਤੇ ਚਲੀ ਜਾਂਦੀ ਕਿਉਂਕਿ ਮੈਨੂੰ ਜਲਦੀ ਨੀਂਦ ਨਹੀਂ ਆਉਂਦੀ ਸੀ। ਤਾਂ ਮੈਂ ਇੱਕ ਦਿਨ ਵੇਖਿਆ ਕਿ ਮੇਰੀ ਜਠਾਣੀ ਦੇ ਕਮਰੇ 'ਚੋਂ ਆਵਾਜ਼ਾਂ ਆ ਰਹੀਆਂ ਸੀ। ਮੈਨੂੰ ਲੱਗਾ ਉਹ ਫੋਨ ਤੇ ਗੱਲ ਕਰਦੀ ਹੋਣੀ ਆ, ਪਰ ਇੰਨੀ ਰਾਤ ਨੂੰ ਕਿਸ ਨਾਲ ਫੋਨ ਤੇ ਗੱਲ ਕਰ ਰਹੀ ਆ, ਇਹ ਸਮਝ ਨਹੀਂ ਲੱਗ ਰਿਹਾ ਸੀ। ਪਹਿਲਾਂ ਤਾਂ ਮੈਂ ਸੁਣਨ ਲੱਗੀ, ਫਿਰ ਮੈਂ ਸੋਚਿਆ ਮੈਂ ਕੀ ਲੈਣਾ, ਛੱਡ ਪਰੇ। ਮੈਂ ਅਜੇ ਆਪਣੇ ਕਮਰੇ ਵਿੱਚ ਆ ਹੀ ਰਹੀ ਸੀ ਕਿ ਮੈਨੂੰ ਕਿਸੇ ਹੋਰ ਦੀ ਵੀ ਆਵਾਜ਼ ਕਮਰੇ ਵਿੱਚੋਂ ਆਈ, ਤੇ ਜਦੋਂ ਮੈਂ ਕੰਨ ਲਾ ਕੇ ਸੁਣਿਆ ਤਾਂ ਮੈਂ ਸੁਣਿਆ ਕਿ ਉਹ ਮੇਰਾ ਸਹੁਰਾ ਸੀ। ਮੇਰੀ ਜਠਾਣੀ ਤੇ ਮੇਰਾ ਸਹੁਰਾ ਰਾਤ ਨੂੰ ਦੋਵੇਂ ਕਮਰੇ ਵਿੱਚ ਇਕੱਠੇ ਸੀ ਤੇ ਉਹ ਪਿਆਰ ਭਰੀਆਂ ਗੱਲਾਂ ਕਰ ਰਹੇ ਸੀ। ਮੈਂ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ। ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹਨਾਂ ਵਿੱਚ ਕੁਝ ਇਦਾਂ ਦਾ ਵੀ ਹੋ ਸਕਦਾ, ਪਰ ਮੈਂ ਆਪਣੇ ਕੰਨੀ ਸਾਰੀਆਂ ਗੱਲਾਂ ਸੁਣ ਲਈਆਂ ਸੀ। ਮੇਰਾ ਸਹੁਰਾ ਮੇਰੀ ਜਠਾਣੀ ਨੂੰ ਕਹਿ ਰਿਹਾ ਸੀ ਕਿ ਤੂੰ ਚੰਗਾ ਨਹੀਂ ਕਰਦੀ ਛੋਟੀ ਬਹੂ ਨਾਲ। ਤਾਂ ਮੇਰੀ ਜਠਾਣੀ ਕਹਿਣ ਲੱਗੀ, ਜੇ ਮੈਂ ਉਹਦੇ ਨਾਲ ਇੰਨਾ ਕੁ ਨਾ ਕਰਾਂ ਤਾਂ ਉਹਨੇ ਇਸ ਘਰ ਵਿੱਚੋਂ ਕਦੇ ਵੀ ਨਹੀਂ ਜਾਣਾ। ਜੇ ਮੈਂ ਇਦਾਂ ਆਪਣੀ ਸੱਸ ਦੇ ਨਾਲ ਉਹਨੂੰ ਨਹੀਂ ਲੜਾਉਂਗੀ ਤਾਂ ਉਹ ਇਸ ਘਰ ਵਿੱਚੋਂ ਕਦੇ ਨਹੀਂ ਜਾਊਗੀ, ਕਿਉਂਕਿ ਘਰ ਵਿੱਚ ਉਹੀ ਆ ਜੋ ਆਪਣੇ ਬਾਰੇ ਪਤਾ ਕਰ ਸਕਦੀ ਹੈ, ਜਿਹਨੂੰ ਆਪਣੇ ਬਾਰੇ ਪਤਾ ਲੱਗ ਸਕਦਾ। ਹੋਰ ਇਸ ਘਰ ਵਿੱਚ ਕੋਈ ਨਹੀਂ ਆ। ਮੈਂ ਹੀ ਉਸ ਦਿਨ ਪਰੌਂਠੇ 'ਚ ਲੂਣ ਮਿਰਚ ਵੱਧ ਪਾਇਆ ਸੀ ਤੇ ਮੈਂ ਹੀ ਮਾਤਾ ਦੇ ਕੱਪੜਿਆਂ ਨੂੰ ਰੰਗ ਚਾੜਿਆ ਸੀ ਤਾਂ ਕਿ ਉਹ ਦੋਵੇਂ ਲੜਨ। ਮੇਰਾ ਤਾਂ ਵਿੱਚ ਨਾਮ ਹੀ ਨਹੀਂ ਆਉਣਾ। ਉਹ ਦੋਵੇਂ ਲੜਨਗੀਆਂ ਫੇਰ ਹੀ ਉਹ ਘਰ ਛੱਡ ਕੇ ਜਾਊਗੀ ਤੇ ਆਪਣਾ ਰਸਤਾ ਸਾਫ਼ ਹੋ ਜਾਊਗਾ। ਤਾਂ ਮੇਰਾ ਸਹੁਰਾ ਕਹਿਣ ਲੱਗਿਆ, ਤੇਰੇ ਦਿਮਾਗ ਦਾ ਵੀ ਕੁਝ ਨਹੀਂ ਕਹਿਣਾ, ਤੂੰ ਤੇਜ਼ ਬਹੁਤ ਆ। ਜਦੋਂ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਕੇ ਆਪਣੇ ਕਮਰੇ 'ਚ ਆਈ ਤਾਂ ਮੈਂ ਹੈਰਾਨ ਰਹਿ ਗਈ। ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਦੋਵੇਂ ਨੌਂ ਤੇ ਸਹੁਰਾ ਹੋ ਕੇ ਇਦਾਂ ਦੇ ਕੰਮ ਕਰਦੇ ਆ ਤੇ ਉਹਨਾਂ ਦਾ ਇੰਨਾ ਗੰਦਾ ਰਿਸ਼ਤਾ ਆ। ਮੇਰੀ ਜਠਾਣੀ ਜੋ ਵੇਖਣ ਨੂੰ ਬੜੀ ਭੋਲੀ ਭਾਲੀ ਲੱਗਦੀ ਸੀ, ਮੈਂ ਸੋਚ ਲਿਆ ਸੀ ਕਿ ਮੈਂ ਦੀਪ ਨੂੰ ਫੋਨ ਤੇ ਸਭ ਕੁਝ ਦੱਸ ਦੂੰਗੀ। ਅਗਲੇ ਦਿਨ ਜਦੋਂ ਦੀਪ ਦਾ ਫੋਨ ਆਇਆ ਤਾਂ ਮੈਂ ਦੀਪ ਨੂੰ ਕਿਹਾ ਕਿ ਤੁਸੀਂ ਮੇਰੇ ਤੇ ਯਕੀਨ ਕਰਨਾ, ਜੋ ਗੱਲ ਮੈਂ ਤੁਹਾਨੂੰ ਦੱਸਣ ਲੱਗੀ ਆ ਤੁਹਾਨੂੰ ਯਕੀਨ ਨਹੀਂ ਆਉਣਾ, ਪਰ ਮੈਂ ਇਹ ਸਭ ਆਪਣੇ ਅੱਖੀਂ ਵੇਖਿਆ। ਜਦੋਂ ਮੈਂ ਉਹਨਾਂ ਦੋਵਾਂ ਦੇ ਰਿਸ਼ਤੇ ਬਾਰੇ ਦੀਪ ਨੂੰ ਦੱਸਿਆ, ਦੀਪ ਭੜਕ ਉੱਠਿਆ ਤੇ ਮੈਨੂੰ ਹੀ ਬੋਲਣ ਲੱਗ ਪਿਆ ਕਿ ਤੈਨੂੰ ਸ਼ਰਮ ਨਹੀਂ ਆਉਂਦੀ? ਪਹਿਲਾਂ ਤਾਂ ਤੂੰ ਮੰਮੀ ਬਾਰੇ ਮੈਨੂੰ ਭੜਕਾਉਂਦੀ ਰਹਿੰਦੀ ਸੀ ਤੇ ਹੁਣ ਤੂੰ ਡੈਡੀ ਬਾਰੇ ਵੀ ਮੈਨੂੰ ਇਹ ਸਭ ਕਹਿਣ ਲੱਗ ਗਈ। ਉਹ ਤੈਨੂੰ ਆਪਣੀਆਂ ਧੀਆਂ ਵਾਂਗ ਸਮਝਦੇ ਆ, ਤੇਰਾ ਇੰਨਾ ਪੱਖ ਪੂਰਦੇ ਆ ਤੇ ਤੂੰ ਫਿਰ ਵੀ ਉਹਨਾਂ ਨੂੰ ਮਾੜਾ ਕਹਿ ਦਿੱਤਾ। ਮੈਂ ਉਹਨਾਂ ਨੂੰ ਬਥੇਰਾ ਸਮਝਾਇਆ ਕਿ ਮੈਂ ਸਭ ਅੱਖੀਂ ਵੇਖਿਆ, ਪਰ ਉਹਨਾਂ ਨੇ ਮੇਰੀ ਗੱਲ ਤੇ ਯਕੀਨ ਨਾ ਕੀਤਾ ਤੇ ਉਹਨਾਂ ਨੇ ਫੋਨ ਕੱਟ ਦਿੱਤਾ। ਮੈਂ ਉਸ ਰਾਤ ਬੈਠ ਕੇ ਬਹੁਤ ਰੋਈ ਕਿਉਂਕਿ ਮੇਰਾ ਆਪਣਾ ਪਤੀ ਹੀ ਮੇਰੇ ਤੇ ਯਕੀਨ ਨਹੀਂ ਕਰ ਰਿਹਾ ਸੀ। ਫਿਰ ਮੈਂ ਸੋਚਿਆ ਕਿ ਸਭ ਮੈਂ ਆਪਣੀ ਸੱਸ ਨੂੰ ਦੱਸੂਗੀ। ਜਦੋਂ ਅਗਲੇ ਦਿਨ ਫਿਰ ਉਹ ਕਮਰੇ ਵਿੱਚ ਆਪਣੇ ਪਿਆਰ ਦੀਆਂ ਪੀਂਘਾਂ ਪਾ ਰਹੇ ਸੀ ਤਾਂ ਮੈਂ ਆਪਣੀ ਸੱਸ ਕੋਲ ਗਈ ਤੇ ਮੈਂ ਵੇਖਿਆ ਕਿ ਮੇਰੀ ਸੱਸ ਬਹੁਤ ਗੂੜੀ ਨੀਂਦ 'ਚ ਸੁੱਤੀ ਪਈ ਸੀ। ਮੈਂ ਆਪਣੀ ਸੱਸ ਨੂੰ ਉਠਾਇਆ ਪਰ ਮੇਰੀ ਸੱਸ ਨਾ ਉੱਠੀ। ਮੈਂ ਬਥੇਰਾ ਉਹਨੂੰ ਆਵਾਜ਼ਾਂ ਦਿੱਤੀਆਂ ਤੇ ਉਹਨੂੰ ਹਿਲਾ ਕੇ ਠਾਇਆ, ਪਰ ਉਹ ਨਾ ਉੱਠੀ। ਫਿਰ ਮੈਂ ਡਰਦੀ ਆਪਣੇ ਕਮਰੇ ਵਿੱਚ ਆ ਗਈ। ਮੈਨੂੰ ਇਹ ਸੀ ਕਿ ਉਨਾ ਟਾਈਮ ਤੱਕ ਕਿਤੇ ਮੇਰਾ ਸਹੁਰਾ ਵਾਪਸ ਨਾ ਆ ਜਾਵੇ। ਅਗਲੇ ਦਿਨ ਸਵੇਰੇ ਜਦੋਂ ਮੈਂ ਝਾੜੂ ਲਗਾ ਰਹੀ ਸੀ ਤਾਂ ਮੈਂ ਵੇਖਿਆ ਕਿ ਮੇਰੀ ਸੱਸ ਦੇ ਕਮਰੇ ਦੇ ਵਿੱਚ ਇੱਕ ਲਿਫਾਫਾ ਪਿਆ ਸੀ ਜਿਸ ਵਿੱਚ ਨੀਂਦ ਦੀਆਂ ਗੋਲੀਆਂ ਸੀ। ਹੁਣ ਮੈਨੂੰ ਸਮਝ ਆਇਆ ਕਿ ਮੇਰੀ ਸੱਸ ਇੰਨੀ ਗੂੜੀ ਨੀਂਦ 'ਚ ਕਿਉਂ ਸੁੱਤੀ ਪਈ ਸੀ। ਮੈਂ ਆਪਣੀ ਸੱਸ ਨੂੰ ਪੁੱਛਿਆ, ਇਹ ਦਵਾਈ ਤੁਹਾਡੀ ਆ? ਤਾਂ ਉਹ ਕਹਿਣ ਲੱਗੀ, ਇਹ ਦਵਾਈ ਮੇਰੀ ਨਹੀਂ ਆ। ਮੈਂ ਹੈਰਾਨ ਸੀ ਕਿ ਜੇ ਉਹ ਗੋਲੀਆਂ ਉਹਨੇ ਨਹੀਂ ਲਿਆਂਦੀਆਂ ਤਾਂ ਫਿਰ ਕਿਸ ਨੇ ਲਿਆਂਦੀਆਂ। ਹੁਣ ਮੈਨੂੰ ਸਮਝ ਆਈ ਕਿ ਜ਼ਰੂਰ ਮੇਰੀ ਜਠਾਣੀ ਉਹਨੂੰ ਇਹ ਦਵਾਈ ਦਿੰਦੀ ਹੋਣੀ ਆ, ਕਿਉਂਕਿ ਮੇਰੀ ਸੱਸ ਦੀ ਦਵਾਈ ਦਾ ਉਹੀ ਧਿਆਨ ਰੱਖਦੀ ਸੀ, ਉਹੀ ਉਹਨੂੰ ਦਵਾਈਆਂ ਦਿੰਦੀ ਸੀ। ਹੁਣ ਮੈਂ ਇਹ ਪਲਾਨ ਬਣਾਇਆ ਕਿ ਮੈਂ ਇੱਕ ਦਿਨ ਆਪਣੀ ਸੱਸ ਨੂੰ ਰਾਤ ਨੂੰ ਬਾਹਰ ਲੈ ਕੇ ਜਾਊਂਗੀ ਤੇ ਦੇਰ ਰਾਤ ਨੂੰ ਘਰ ਆਵਾਂਗੇ। ਫਿਰ ਇਹਨਾਂ ਦੀ ਸੱਚਾਈ ਮੇਰੀ ਸੱਸ ਆਪਣੀ ਅੱਖੀਂ ਵੇਖ ਲੂਗੀ। ਇੱਕ ਦਿਨ ਮੈਂ ਆਪਣੀ ਸੱਸ ਨੂੰ ਆਪਣੀ ਸਹੇਲੀ ਦੇ ਘਰ ਪਾਰਟੀ ਤੇ ਲੈ ਗਈ। ਮੇਰੀ ਸਹੇਲੀ ਦਾ ਉਸ ਦਿਨ ਬਰਥਡੇ ਸੀ ਤੇ ਉੱਥੋਂ ਅਸੀਂ ਦੇਰ ਰਾਤ ਨੂੰ ਘਰ ਆਈਆਂ। ਮੈਂ ਆਪਣੀ ਜਠਾਣੀ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਅਸੀਂ ਇੱਥੇ ਹੀ ਰਹਾਂਗੇ। ਉਹ ਤਾਂ ਖੁਸ਼ ਹੋ ਗਈ, ਪਰ ਉਹਨੂੰ ਨਹੀਂ ਪਤਾ ਸੀ ਜੋ ਅੱਜ ਉਹਦੇ ਨਾਲ ਹੋਣ ਲੱਗਿਆ ਉਹਨੇ ਕਦੇ ਸੋਚਿਆ ਵੀ ਨਹੀਂ ਹੋਣਾ। ਮੇਰੇ ਕੋਲੇ ਘਰ ਦੀ ਇੱਕ ਚਾਬੀ ਪਹਿਲਾਂ ਹੀ ਸੀ ਤੇ ਅਸੀਂ ਅੱਧੀ ਰਾਤ ਨੂੰ ਵਾਪਸ ਆ ਗਏ। ਤੇ ਜਦੋਂ ਅਸੀਂ ਵਾਪਸ ਆਈਆਂ ਤਾਂ ਮੈਂ ਆਪਣੀ ਸੱਸ ਨੂੰ ਬਾਂਹ ਫੜ ਕੇ ਆਪਣੀ ਜਠਾਣੀ ਦੇ ਕਮਰੇ 'ਚ ਲੈ ਗਈ, ਜਿੱਥੇ ਉਹ ਦੋਵੇਂ ਇੱਕ ਦੂਜੇ ਦੇ ਬਾਹਾਂ ਵਿੱਚ ਬੈਠੇ ਸੀ। ਮੇਰੀ ਸੱਸ ਇਹ ਸਭ ਵੇਖ ਕੇ ਹੱਕੀ ਬੱਕੀ ਰਹਿ ਗਈ ਤੇ ਮੇਰੀ ਸੱਸ ਨੇ ਆਪਣੇ ਪਤੀ ਦਾ ਗਲਾਵਾ ਫੜ ਕੇ ਉਹਨੂੰ ਬਾਹਰ ਘੜੀਸ ਲਿਆ ਤੇ ਮੇਰੀ ਜਠਾਣੀ ਦੇ ਵੀ 3-4 ਥੱਪੜ ਮਾਰੇ। ਮੇਰੀ ਜਠਾਣੀ ਤਾਂ ਵੇਖ ਕੇ ਹੈਰਾਨ ਰਹਿ ਗਈ ਤੇ ਮੈਨੂੰ ਕਹਿਣ ਲੱਗੀ, ਤੂੰ ਸਾਨੂੰ ਝੂਠ ਬੋਲਿਆ? ਤਾਂ ਮੈਂ ਕਿਹਾ, ਜੇ ਤੁਸੀਂ ਮੈਨੂੰ ਝੂਠ ਬੋਲ ਸਕਦੇ, ਤੁਸੀਂ ਮੇਰੇ ਨਾਲ ਚਲਾਕੀ ਕਰ ਸਕਦੇ ਹੋ ਤਾਂ ਮੈਂ ਕਿਉਂ ਨਹੀਂ? ਫਿਰ ਮੇਰੀ ਸੱਸ ਨੇ ਖੁਦ ਮੇਰੇ ਘਰ ਵਾਲੇ ਨੂੰ ਫੋਨ ਲਾ ਕੇ ਸਾਰੀ ਸੱਚਾਈ ਦੱਸੀ ਤੇ ਮੇਰੀ ਸੱਸ ਨੇ ਮੇਰੀ ਜਠਾਣੀ ਨੂੰ ਘਰ ਵਿੱਚੋਂ ਵੀ ਬਾਹਰ ਕਰ ਦਿੱਤਾ। ਤਾਂ ਇਹ ਸੀ ਅੱਜ ਦੀ ਸਟੋਰੀ। ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ 'ਚ ਜ਼ਰੂਰ ਦੱਸਣਾ। ਹੋਰ ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ। ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ।